एवरीवन वेलकम टू करियर क्वेस्ट होपफुली ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਸੋ ਅੱਜ ਦੀ ਲੈਕਚਰ ਨਾਲ ਆਪਾਂ ਆਪਣੀ ਇੰਡੀਅਨ ਦੀ ਜੋ ਮਾਡਰਨ ਹਿਸਟਰੀ ਨੂੰ ਆਪਾਂ ਇੱਕ ਪੂਰੀ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਉਸ ਦੇ ਪ੍ਰੀਵੀਅਸ ਲੈਕਚਰ ਦੇ ਨਾਲ ਅੱਜ ਦੇ ਲੈਕਚਰ ਨੂੰ ਕੀ ਕਰਾਂਗੇ ਕੰਟੀਨਿਊ ਕਰਾਂਗੇ ਸੋ ਹੁਣ ਤੱਕ ਆਪਾਂ ਕਰ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ 1942 ਦਾ ਟਾਈਮ ਪੀਰੀਅਡ ਸਟਾਰਟ ਹੋ ਗਿਆ ਸੀ 1940 1942 ਆਪਾਂ ਕੱਲ ਦੀ ਕਲਾਸ ਦੇ ਵਿੱਚ ਪੜ੍ਹਿਆ ਸੀ ਕਿ 1939 ਦੇ ਵਿੱਚ ਵਰਲਡ ਵਾਰ ਸੈਕਿੰਡ ਸਟਾਰਟ ਹੋ ਚੁੱਕੀ ਸੀ 1937 ਦੇ ਇਲੈਕਸ਼ਨਸ ਬਾਰੇ ਪੜ੍ਹਿਆ ਆਫਟਰ ਦੈਟ 1939 ਦੇ ਵਿੱਚ 1939 ਦੇ ਵਿੱਚ ਵਰਲਡ ਵਾਰ ਸੈਕਿੰਡ ਸਟਾਰਟ ਹੋ ਗਈ ਸੀ 1940 ਦੇ ਵਿੱਚ ਇੱਕ ਅਗਸਤ ਆਫਰ ਆਉਂਦਾ ਹੈ ਜਿਸ ਦੇ ਰਿਸਪੌਂਸ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਕਿ ਗਾਂਧੀ ਜੀ ਦੇ ਵੱਲੋਂ ਇੰਡੀਵਿਜੂਅਲ ਸੱਤਿਆਗ੍ਰਹਿ ਸਟਾਰਟ ਕੀਤਾ ਜਾਂਦਾ ਹੈ 1942 ਦੇ ਵਿੱਚ ਕ੍ਰਿਪਸ ਮਿਸ਼ਨ ਆਉਂਦਾ ਹੈ ਕ੍ਰਿਪਸ ਮਿਸ਼ਨ ਦੇ ਰਿਸਪੌਂਸ ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਸਟਾਰਟ ਹੋਈ ਸੀ ਇੰਡੀਆ ਦੇ ਵਿੱਚ ਸੋ ਆਓ ਆਪਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਚੁੱਕੇ ਹਾਂ ਉਹੀ 1942 ਦੇ ਟਾਈਮ ਪੀਰੀਅਡ ਦੇ ਵਿੱਚ ਹੀ ਆਪਾਂ ਗੱਲਬਾਤ ਕਰਾਂਗੇ ਇੰਡੀਅਨ ਨੈਸ਼ਨਲ ਆਰਮੀ ਦੀ ਉਸ ਸਮੇਂ ਇੰਡੀਅਨ ਨੈਸ਼ਨਲ ਆਰਮੀ ਫਾਰਮ ਕੀਤੀ ਗਈ ਸੀ ਤਾਂ ਜੋ ਆਪਾਂ ਇੰਡੀਆ ਨੂੰ ਕੀ ਕਰ ਸਕੀਏ ਸਿਕਿਉਰ ਕਰ ਸਕੀਏ ਸੋ ਇੰਡੀਅਨ ਨੈਸ਼ਨਲ ਆਰਮੀ ਬਾਰੇ ਗੱਲ ਕਰਾਂਗੇ ਸੋ ਜਿਸ ਨੂੰ ਆਜ਼ਾਦ ਹਿੰਦ ਫੌਜ ਵੀ ਕਿਹਾ ਜਾਂਦਾ ਹੈ ਇੰਡੀਅਨ ਨੈਸ਼ਨਲ ਆਰਮੀ ਦਾ ਜੋ ਨੇਮ ਚੇਂਜ ਕੀਤਾ ਗਿਆ ਸੀ ਉਸ ਨੂੰ ਆਜ਼ਾਦ ਹਿੰਦ ਫੌਜ ਕਿਹਾ ਜਾਣ ਲੱਗਿਆ ਸੀ ਇਹ ਇੰਡੀਅਨ ਨੈਸ਼ਨਲ ਆਰਮੀ ਬਣੀ ਕਦੋਂ ਸੀ 1 ਸਤੰਬਰ 1942 ਦੇ ਵਿੱਚ ਫਾਰਮ ਹੋਈ ਸੀ ਇੰਡੀਅਨ ਨੈਸ਼ਨਲ ਆਰਮੀ ਇਸ ਦੇ ਸਭ ਤੋਂ ਪਹਿਲੇ ਹੈਡ ਕਿਸ ਦੀ ਅੰਡਰਟੇਕਿੰਗ ਦੇ ਵਿੱਚ ਇੰਡੀਅਨ ਨੈਸ਼ਨਲ ਆਰਮੀ ਬਣੀ ਸੀ ਮੋਹਨ ਸਿੰਘ ਦੇ ਠੀਕ ਹੈ ਜੀ ਚੀਫ ਕਮਾਂਡਰ ਮੋਹਨ ਸਿੰਘ ਦੇ ਅੰਡਰ ਇਹ ਇੰਡੀਅਨ ਨੈਸ਼ਨਲ ਆਰਮੀ ਬਣੀ ਸੀ ਜਿਸ ਦੀ ਫਸਟਲੀ ਕਮਾਂਡ ਸੰਭਾਲੀ ਗਈ ਸੀ ਰਾਸ਼ ਬਿਹਾਰੀ ਬੋਸ ਜੀ ਵੱਲੋਂ ਉਹੀ ਰੈਵੋਲੂਸ਼ਨਰੀ ਲੀਡਰ ਦੇ ਦੁਆਰਾ ਆਫਟਰ ਦੈਟ ਇਸ ਦੀ ਵਾਗਡੋਰ ਸੰਭਾਲ ਦਿੱਤੀ ਗਈ ਸੀ ਸੁਭਾਸ਼ ਚੰਦਰ ਬੋਸ ਜੀ ਬਾਰੇ ਸੋ ਆਪਾਂ ਸੁਭਾਸ਼ ਚੰਦਰ ਬੋਸ ਜੀ ਬਾਰੇ ਵੀ ਦੇਖਾਂਗੇ ਉਸ ਤੋਂ ਬਾਅਦ ਆਪਾਂ ਮੁਹੰਮਦ ਅਲੀ ਤੇ ਆਪਣੇ ਗਾਂਧੀ ਜੀ ਦੀ ਟਾਕ ਗਾਂਧੀ ਮੁਹੰਮਦ ਜੀਨਾ ਟਾਕ ਬਾਰੇ ਗੱਲ ਕਰਾਂਗੇ ਇਸ ਤੋਂ ਇਲਾਵਾ ਆਪਾਂ ਲਿਆਕਤ ਦੇ ਸਹੀ ਲਿਆਕਤ ਪੈਕਟ ਬਾਰੇ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਦੇ ਸਹੀ ਲਿਆਕਤ ਪੈਕਟ ਸੀ ਜੋ ਸਾਈਨ ਕੀਤਾ ਗਿਆ ਸੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਨੂੰ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਇੰਡੀਅਨ ਨੈਸ਼ਨਲ ਆਰਮੀ ਦੀ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੰਡੀਅਨ ਨੈਸ਼ਨਲ ਆਰਮੀ ਨੂੰ ਕੀ ਕਿਹਾ ਜਾਂਦਾ ਸੀ ਉਸ ਦਾ ਨੇਮ ਚੇਂਜ ਕੀਤਾ ਗਿਆ ਸੀ ਆਜ਼ਾਦ ਹਿੰਦ ਫੌਜ ਵੀ ਕਿਹਾ ਜਾਂਦਾ ਸੀ ਤੇ ਇਹ ਜੋ ਬਣਾਈ ਗਈ ਸੀ ਇਹ 1942 ਦੇ ਵਿੱਚ ਬਣਾਈ ਗਈ ਸੀ ਜੋ ਸਾਡੀ ਇੰਡੀਅਨ ਨੈਸ਼ਨਲ ਆਰਮੀ ਹੈ ਤੇ ਕਿਸ ਦੀ ਅੰਡਰਟੇਕਿੰਗ ਦੇ ਵਿੱਚ ਬਣਾਈ ਗਈ ਸੀ ਥਰੂ ਦਾ ਇੰਪੀਰੀਅਲ ਜੈਪਨੀਜ਼ ਆਰਮੀ ਟੂ ਸਿਕਿਉਰ ਦਾ ਇੰਡੀਪੈਂਡੈਂਸ ਆਫ ਇੰਡੀਆ ਇੰਡੀਆ ਨੂੰ ਸਿਕਿਉਰ ਕਰਨ ਦੇ ਲਈ ਇਹ ਬਣਾਈ ਗਈ ਸੀ ਇਹ ਜੋ ਇੰਡੀਅਨ ਨੈਸ਼ਨਲ ਆਰਮੀ ਸੀ ਇਹ ਮੋਹਨ ਸਿੰਘ ਦੀ ਅੰਡਰਟੇਕਿੰਗ ਦੇ ਅੰਡਰ ਬਣਾਈ ਗਈ ਸੀ ਜੋ ਚੀਫ ਕਮਾਂਡਰ ਸਨ a former officer of British India Army captured during the Malay campaign. Captain Mohan Singh with Japanese help contact India soldiers and proceeded them to utilize the opportunity to presented by the war for the liberation of India. ਸੋ ਪ੍ਰੋਫੈਸਰ ਮੋਹਨ ਸਿੰਘ ਜੀ ਜੋ ਚੀਫ ਕਮਾਂਡਰ ਸਨ ਉਹਨਾਂ ਦੀ ਰੇਖ ਦੇਖ ਜਾਂ ਉਹਨਾਂ ਦੀ ਅੰਡਰਟੇਕਿੰਗ ਦੇ ਅੰਡਰ ਜੋ ਇਹ ਇੰਡੀਅਨ ਨੈਸ਼ਨਲ ਆਰਮੀ ਬਣਾਈ ਗਈ ਸੀ ਜੈਪਨੀਜ਼ ਲੀਡਰਸ ਦੇ ਨਾਲ ਮਿਲ ਕੇ ਜੋ ਜੈਪਨੀਜ਼ ਦੇ ਆਰਮੀ ਲੀਡਰ ਸਨ ਉਹਨਾਂ ਦੇ ਨਾਲ ਮਿਲ ਕੇ ਬਣਾਈ ਗਈ ਸੀ ਸੋ ਜਾਪਾਨ ਦਾ ਜੋ ਫਾਇਦਾ ਚੁੱਕ ਕੇ ਜਾਂ ਤੁਸੀਂ ਕਹਿ ਲਓ ਕਿ ਜਾਪਾਨ ਨਾਲ ਮਿਲ ਕੇ ਇਹ ਇੰਡੀਅਨਸ ਕੋਲ ਇੱਕ ਵਧੀਆ ਓਪਰਚੁਨਿਟੀ ਸੀ ਇੰਡੀਆ ਨੂੰ ਆਜ਼ਾਦ ਕਰਵਾਉਣ ਦੀ ਫਿਰ ਟੋਕੀਓ ਜਾਪਾਨ ਦੇ ਵਿੱਚ ਕਹਿੰਦੇ ਐਟ ਟੋਕੀਓ ਦਾ ਇੰਡੀਅਨ ਟੀਮ ਮੈਟ ਜਨਰਲ ਟੋਜੋ ਜਿਹੜੀ ਇੰਡੀਅਨ ਟੀਮ ਸੀ ਉਹ ਟੋਕੀਓ ਜਾਪਾਨ ਦੇ ਵਿੱਚ ਉਹਨਾਂ ਦੀ ਜਨਰਲ ਟੋਜੋ ਨੂੰ ਮਿਲਦੀ ਹੈ The Japan permit and got his approval for the proposal. It was at Tokyo that decision to form the Indian National Army was taken. So, ਜਦੋਂ ਆਪਣੇ ਜੋ ਮੋਹਨ ਸਿੰਘ ਨੇ ਜੋ ਬ੍ਰਿਟਿਸ਼ਰ ਆਰਮੀ ਤੋਂ ਰਿਟਾਇਰ ਹੋਏ ਸੀ ਉਹ ਜਦੋਂ ਸਾਡੀ ਇੰਡੀਆ ਦੀ ਟੀਮ ਟੋਕੀਓ ਦੇ ਵਿੱਚ ਜਨਰਲ ਟੋਜੋ ਨੂੰ ਮਿਲਦੀ ਹੈ ਤਾਂ ਉੱਥੇ ਜਾ ਕੇ ਡਿਸੀਜਨ ਲਿਆ ਜਾਂਦਾ ਹੈ ਇੰਡੀਅਨ ਨੈਸ਼ਨਲ ਆਰਮੀ ਨੂੰ ਬਣਾਉਣ ਦਾ ਸੋ ਇੰਡੀਅਨ ਨੈਸ਼ਨਲ ਆਰਮੀ ਜੋ ਆਪਣਾ ਕਰਦੀ ਹੈ ਕੰਮ ਜੋ ਵੀ ਸਕਸੈਸਫੁਲ ਹੁੰਦੀ ਹੈ ਉਹ ਟੋਕੀਓ ਦੇ ਨਾਲ ਜਾਂ ਜਾਪਾਨ ਦੀ ਆਰਮੀ ਦੇ ਨਾਲ ਮਿਲ ਕੇ ਹੁੰਦੀ ਹੈ ਬਟ ਐਟ ਦਾ ਐਂਡ ਜਦੋਂ ਮੋਹਨ ਸਿੰਘ ਨੂੰ ਇਹ ਜਾਂ ਫਿਰ ਇੰਡੀਅਨ ਨੈਸ਼ਨਲ ਆਰਮੀ ਨੂੰ ਇਸ ਚੀਜ਼ ਦਾ ਆਈਡੀਆ ਹੋਣਾ ਸ਼ੁਰੂ ਹੁੰਦਾ ਹੈ ਕਿ ਜਾਪਾਨ ਹੁਣ ਕਿਤੇ ਨਾ ਕਿਤੇ ਇੰਡੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਤਾਂ ਉਸ ਸਮੇਂ ਡਿਸੀਜਨ ਲਿਆ ਗਿਆ ਸੀ ਇਸ ਇੰਡੀਅਨ ਨੈਸ਼ਨਲ ਆਰਮੀ ਨੂੰ ਡਿਸੋਲਵ ਕਰਨ ਦਾ ਸੋ ਕਹਿੰਦੇ ਇੰਡੀਅਨ ਇੰਡੀਪੈਂਡੈਂਸ ਲੀਗ ਹੈਡਡ ਬਾਈ ਰਸ਼ ਬਿਹਾਰੀ ਬੋਸ ਜੋ ਰਾਸ਼ ਬਿਹਾਰੀ ਬੋਸ ਸਨ ਉਹਨਾਂ ਦੇ ਦੁਆਰਾ ਇੰਡੀਅਨ ਇੰਡੀਪੈਂਡੈਂਸ ਲੀਗ
ਹੈਂਡਲ ਕੀਤੀ ਜਾਂਦੀ ਸੀ ਤੇ ਉਹਨਾਂ ਨੇ ਹੀ ਪ੍ਰੋਫੈਸਰ ਮੋਹਨ ਤੋਂ ਬਾਅਦ ਇੰਡੀਅਨ ਨੈਸ਼ਨਲ ਆਰਮੀ ਦੀ ਵੀ ਵਾਗਡੋਰ ਸੰਭਾਲੀ ਸੀ। ਉਹਨਾਂ ਨੇ ਇੱਕ ਕਾਨਫਰੰਸ ਬੁਲਵਾਈ ਸੀ ਬੈਂਕਾਕ ਦੇ ਵਿੱਚ, ਜਿੱਥੇ ਉਹਨਾਂ ਨੇ set up Indian National Army comprising Indian troops and civilian of Indian Asia, East Asia with the Captain Mohan Singh as the commander-in-chief with the objective of fighting for the freedom of India। ਉਹਨਾਂ ਨੇ ਬੈਂਕਾਕ ਦੇ ਵਿੱਚ ਜੋ ਰਾਸ਼ ਬਿਹਾਰੀ ਬੋਸ ਸਨ, ਹੀ ਵਾਸ ਅ ਰੈਵੋਲੂਸ਼ਨਰੀ ਲੀਡਰ। ਉਹਨਾਂ ਨੇ ਕਿਸ ਚੀਜ਼ ਨੂੰ ਹੈਂਡ ਕੀਤਾ ਹੋਇਆ ਸੀ? ਇੰਡੀਅਨ ਇੰਡੀਪੈਂਡੈਂਸ ਲੀਗ, ਠੀਕ ਹੈ। ਉਹ ਕਿਸ ਨੂੰ ਹੈਡ ਕਰਦੇ ਸਨ? ਇੰਡੀਅਨ ਇੰਡੀਪੈਂਡੈਂਸ ਲੀਗ ਨੂੰ ਉਹ ਹੈਡ ਕਰਦੇ ਸਨ। ਉਹਨਾਂ ਨੇ ਇੱਕ ਬੈਂਕਾਕ ਦੇ ਵਿੱਚ ਕਾਨਫਰੰਸ ਬੁਲਾਈ, ਜਿੱਥੇ ਸਾਰੇ ਦੇ ਸਾਰੇ ਇੰਡੀਅਨ ਟਰੂਪਸ, ਸਿਵਿਲੀਅਨ ਤੇ ਪ੍ਰੋਫੈਸਰ ਮੋਹਨ ਸਿੰਘ ਨੂੰ ਐਜ਼ ਅ ਚੀਫ ਕਮਾਂਡਰ ਬੁਲਾਇਆ, ਤਾਂ ਜੋ ਇਹ ਗਾਈਡ ਕੀਤਾ ਜਾ ਸਕੇ ਕਿ ਅਸੀਂ ਆਪਣੇ ਇੰਡੀਆ ਦੇ ਲਈ ਕਿਸ ਤਰੀਕੇ ਦੇ ਨਾਲ ਫਾਈਟ ਕਰਨੀ ਹੈ, ਇੰਡੀਆ ਦੀ ਫਰੀडम ਦੇ ਲਈ। ਦ ਕਾਨਫਰੰਸ ਇਨਵਾਈਟਡ ਸੁਭਾਸ਼ ਚੰਦਰ ਬੋਸ। ਕੁਝ ਲੋਕ ਕਹਿੰਦੇ ਨੇ ਕਿ ਉਹਨਾਂ ਦੀ ਸੁਭਾਸ਼ ਚੰਦਰ ਬੋਸ ਜੀ ਦੇ ਨਾਲ ਬਣਦੀ ਨਹੀਂ ਸੀ। ਰੀਜ਼ਨ ਕੀ ਸੀ ਕਿ ਸੁਭਾਸ਼ ਚੰਦਰ ਬੋਸ ਜੀ ਨੂੰ ਅੱਗੇ ਜਾ ਕੇ ਇੰਡੀਅਨ ਨੈਸ਼ਨਲ ਆਰਮੀ ਦੀ ਵਾਗਡੋਰ ਸੰਭਾਲੀ ਗਈ ਸੀ, ਬਟ ਐਸਾ ਕੁਝ ਨਹੀਂ ਸੀ। ਇਵਨ ਉਹਨਾਂ ਨੇ ਰਸ਼ ਬਿਹਾਰੀ ਬੋਸ ਜੀ ਨੇ ਉਸ ਬੈਂਕਾਕ ਦੀ ਕਾਨਫਰੰਸ ਦੇ ਵਿੱਚ ਵੀ ਸੁਭਾਸ਼ ਚੰਦਰ ਬੋਸ ਨੂੰ ਇਨਵੀਟੇਸ਼ਨ ਭੇਜਿਆ ਸੀ, ਬਟ ਡਿਊ ਟੂ ਸਮ ਰੀਜ਼ਨ ਸੁਭਾਸ਼ ਚੰਦਰ ਬੋਸ ਜੀ ਉੱਥੇ ਆ ਨਹੀਂ ਸੀ ਸਕੇ। ਹੁਣ ਜੇ ਗੱਲ ਕੀਤੀ ਜਾਵੇ ਇੰਡੀਅਨ ਨੈਸ਼ਨਲ ਆਰਮੀ ਦੀ, ਇੰਡੀਅਨ ਨੈਸ਼ਨਲ ਆਰਮੀ ਨੇ ਉਸ ਸਮੇਂ ਕਿਹੜੇ ਇੱਕ ਆਪਣੇ ਕਹਿ ਦਿੰਦੇ ਨੇ ਕਿ ਉਹਨਾਂ ਨੇ ਓਥ ਲਈ ਜਾਂ ਉਹਨਾਂ ਦੇ ਕੀ ਅਸੂਲ ਕੀ ਸਨ। ਦ ਮੈਂਬਰ ਆਫ ਇੰਡੀਅਨ ਨੈਸ਼ਨਲ ਆਰਮੀ ਵਾਰ ਐਗਜ਼ੌਰਟਡ ਅਡਾਪਟ ਦ ਪ੍ਰਿੰਸੀਪਲ। ਉਹਨਾਂ ਨੇ 3 ਪ੍ਰਿੰਸੀਪਲ ਅਡਾਪਟ ਕੀਤੇ ਸੀ ਇੰਡੀਅਨ ਨੈਸ਼ਨਲ ਆਰਮੀ ਦੀ। ਫਸਟ ਸੀ ਯੂਨਿਟੀ, ਕਿ ਇੱਕ ਇੰਡੀਅਨਸ ਦੇ ਵਿੱਚ ਜੋ ਹਮੇਸ਼ਾ ਤੋਂ ਨਹੀਂ ਰਹੀ, ਕਿ ਇਕੱਠਤਾ ਰੱਖਣੀ ਹੈ, ਯੂਨਿਟੀ ਰੱਖਣੀ ਹੈ, ਇੱਕ ਦੂਜੇ ਦੇ ਉੱਤੇ ਕੀ ਰੱਖਣਾ ਹੈ? ਫੇਥ ਰੱਖਣਾ ਹੈ। ਸੈਕੰਡ ਪ੍ਰਿੰਸੀਪਲ ਸੀ ਉਹਨਾਂ ਦਾ ਫੇਥ। ਥਰਡ ਪ੍ਰਿੰਸੀਪਲ ਸੀ ਉਹਨਾਂ ਦਾ ਸੈਕਰੀਫਾਈਸ, ਕਿ ਇੰਡੀਆ ਦੇ ਲਈ ਕੀ ਕਰਨਾ? ਸੈਕਰੀਫਾਈਸ ਕਰਨਾ, ਤਿਆਗ ਦੇਣਾ। ਇੰਡੀਅਨ ਨੈਸ਼ਨਲ ਆਰਮੀ ਨੇ ਉੱਥੇ ਜਾ ਕੇ ਆਪਣੇ ਹੈੱਡਕੁਆਟਰਸ ਬਣਾਏ ਸੀ, ਜਿੱਥੇ ਈਵਨ ਇੰਡੀਅਨਸ ਨੂੰ ਜਾਂ ਏਸ਼ੀਅਨਸ ਨੂੰ, ਸਿਰਫ ਇੰਡੀਅਨਸ ਨੂੰ ਨਹੀਂ, ਏਸ਼ੀਅਨਸ ਨੂੰ ਪੈਰ ਰੱਖਣ ਦੀ ਵੀ ਆਜ਼ਾਦੀ ਨਹੀਂ ਸੀ ਦਿੱਤੀ ਗਈ। ਕਿੱਥੇ ਬਣਾਈ ਸੀ ਹੈੱਡਕੁਆਟਰ? ਜਾ ਕੇ ਸਿੰਗਾਪੁਰ ਦੇ ਵਿੱਚ। ਸੋ ਕਹਿੰਦੇ ਨਾ, ਇੰਡੀਅਨ ਨੈਸ਼ਨਲ ਓਪਨ ਇਟਸ ਹੈੱਡਕੁਆਟਰ ਐਟ ਮਾਊਂਟ ਪਲੀਸੈਂਟ ਇਨ ਸਿੰਗਾਪੁਰ। ਸੋ ਮਾਊਂਟ ਪਲੀਸੈਂਟ ਸਿੰਗਾਪੁਰ ਦੇ ਵਿੱਚ ਇੰਡੀਅਨ ਨੈਸ਼ਨਲ ਆਰਮੀ ਨੇ ਆਪਣੇ ਕੀ ਬਣਾਏ ਸੀ? ਹੈੱਡਕੁਆਟਰ ਬਣਾਏ ਸੀ, ਜਿੱਥੇ ਕਿ ਏਸ਼ੀਅਨਸ ਨੂੰ ਪੈਰ ਰੱਖਣ ਦੀ ਵੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ। ਸੋ ਇੰਡੀਅਨ ਨੈਸ਼ਨਲ ਆਰਮੀ ਨੇ ਕੀ ਕੀਤਾ ਸੀ? ਉਹਨਾਂ ਨੇ ਕਾਫੀ ਤਰੀਕੇ ਦੇ ਨਿਊਜ਼ਪੇਪਰ ਵੀ ਚਲਾਏ ਸੀ। ਫਸਟ ਨਿਊਜ਼ਪੇਪਰ ਸੀ ਵੌਇਸ ਆਫ ਇੰਡੀਆ, ਇੰਡੀਆ ਦੀ ਆਵਾਜ਼। ਆਜ਼ਾਦ ਹਿੰਦ ਇਨ ਇੰਗਲਿਸ਼ ਲੈਂਗੁਏਜ ਦੇ ਵਿੱਚ ਆਵਾਜ਼ ਹਿੰਦ, ਐਂਡ ਆਜ਼ਾਦ ਹਿੰਦ ਇਨ ਹਿੰਦੁਸਤਾਨੀ, ਸਵਤੰਤਰਤਾ ਭਾਰਤ ਇਨ ਤਾਮਿਲ ਪਬਲਿਸ਼ਡ ਫਰੋਮ ਸਿੰਗਾਪੁਰ। ਸੋ ਇਹ ਸਾਰੇ ਨਿਊਜ਼ਪੇਪਰ ਸੀ ਜੋ ਕਿਸ ਵੱਲੋਂ ਚਲਾਏ ਗਏ ਸੀ? ਇੰਡੀਅਨ ਨੈਸ਼ਨਲ ਆਰਮੀ ਦੇ ਵੱਲੋਂ ਸਿੰਗਾਪੁਰ ਦੇ ਵਿੱਚ ਚਲਾਏ ਗਏ ਸਨ। ਉਹਨਾਂ ਨੇ ਇੱਕ ਕੌਮੀ ਸੌਂਗ ਵੀ बनाया सी अपनी आर्मी दे लिए, केड़ा सी वो? सारे जहां से अच्छा हिंदुस्तान हमारा। This first Indian National Army collapsed and was disbanded in December that year after the differences between the Indian National Army leaders and the Japanese military over its role in Japanese war in Asia। ਕਹਿੰਦੇ ਇਹ ਜੋ ਪਹਿਲੀ ਇੰਡੀਅਨ ਨੈਸ਼ਨਲ ਆਰਮੀ ਬਣਾਈ ਗਈ ਸੀ, ਇਸ ਨੂੰ ਉਸੇ ਸਾਲ ਦਸੰਬਰ ਦੇ ਵਿੱਚ ਖਤਮ ਡਿਸੋਲਵ ਕਰ ਦਿੱਤਾ ਗਿਆ ਸੀ। ਰੀਜ਼ਨ ਕੀ ਸੀ? ਜਦੋਂ ਇੰਡੀਅਨਸ ਲੀਡਰ ਤੇ ਜੈਪਨੀਜ਼ ਦੇ ਵਿਚਕਾਰ ਡਿਫਰੈਂਸਿਸ, ਅੰਤਰ ਆਉਣੇ ਸਟਾਰਟ ਹੋ ਗਏ ਸਨ, ਜਦੋਂ ਜੈਪਨੀਜ਼ ਨੇ ਏਸ਼ੀਆ ਦੇ ਵਿੱਚ ਵਾਰ ਕਰਨੀਆਂ ਸਟਾਰਟ ਕੀਤੀਆਂ ਸੀ। ਉਸ ਦੇ ਨਾਲ ਹੀ ਆਪਾਂ ਗੱਲ ਕੀਤੀ ਸੀ ਸੁਭਾਸ਼ ਚੰਦਰ ਬੋਸ ਜੀ ਦੀ। ਆਪਾਂ ਦੇਖਿਆ ਕਿ ਜੋ ਸੁਭਾਸ਼ ਚੰਦਰ ਬੋਸ ਜੀ ਨੇ, ਕਿ ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ ਸੀ। ਹੁਣ ਇਹ ਸੁਭਾਸ਼ ਚੰਦਰ ਬੋਸ ਹੈ ਕੌਣ ਸਨ? ਜਿਸ ਸਮੇਂ ਲਾਲਾ ਲਾਜਪਤ ਰਾਏ ਜਾਂ ਜਵਾਹਰ ਲਾਲ ਨਹਿਰੂ ਵਰਗੇ ਲੀਡਰਸ ਨੂੰ ਮੰਨਿਆ ਜਾਂਦਾ ਸੀ, ਜਿੰਨਾ ਰੁਤਬਾ ਜਾਂ ਜਿੰਨੀ ਰਿਸਪੈਕਟ ਜਵਾਹਰ ਲਾਲ ਨਹਿਰੂ ਦੀ ਇੰਡੀਆ 'ਚ ਸੀ, ਉਸੇ ਤਰੀਕੇ ਦੇ ਨਾਲ ਸੁਭਾਸ਼ ਚੰਦਰ ਜੀ ਬੋਸ ਵੀ ਸੇਮ ਹੀ ਉਪਾਧੀ ਦੇ ਉੱਤੇ ਸਟੈਂਡ ਕਰਦੇ ਸਨ। ਸੋ ਸੁਭਾਸ਼ ਚੰਦਰ ਬੋਸ ਜੀ ਇੱਕ ਐਕਟਿਵ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੀ ਸਨ? ਲੀਡਰ ਸਨ। ਉਹ ਗਰਮ ਦਲ ਦੇ ਜਾਂ ਖੁੱਲੇ ਸੋਚ ਵਿਚਾਰ ਦੇ ਸਨ। ਉਹਨਾਂ ਨੇ ਕੌਨਸੀਕਿਊਟਿਵਲੀ 2 ਇਅਰਸ 1938 ਐਂਡ 1939 ਦੇ ਵਿੱਚ ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਸੀਡੈਂਟ ਚੁਣੇ ਗਏ ਸਨ। ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਕਿੰਡ ਟਾਈਮ ਪ੍ਰੈਸੀਡੈਂਟ ਚੁਣੇ ਗਏ, ਡਿਊ ਟੂ ਮਹਾਤਮਾ ਗਾਂਧੀ ਜੀ ਉਹ ਨਹੀਂ ਸੀ ਚਾਹੁੰਦੇ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਸੀਡੈਂਟ ਬਣ। ਸੋ ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਰਿਜ਼ਾਈਨ ਦਿੱਤਾ ਸੀ ਤੇ ਆਪਣੀ ਆਫਟਰ ਦੈਟ 1939 ਦੇ ਵਿੱਚ ਉਹਨਾਂ ਨੇ
ਆਪਣੀ ਇੱਕ ਪਾਰਟੀ ਬਣਾਈ ਸੀ ਫਾਰਵਰਡ ਬਲਾਕ, ਤੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡ ਕੇ ਜਾਪਾਨ ਵੱਲ ਚਲੇ ਗਏ ਸਨ। ਸੋ ਉਹੀ ਗੱਲਾਂ ਡਿਸਕਸ ਕਰਦੇ ਹਾਂ। ਕਹਿੰਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵਾਸ ਦਾ ਫੇਅਰੈਸਟ ਨੈਸ਼ਨਲਿਸਟ whose defiant patriotism made him one of the greatest freedom fighter। ਉਹ ਇੰਡੀਆ ਦੀ ਹਿਸਟਰੀ ਦੇ ਇੱਕ one of the greatest ਇੰਡੀਅਨ ਫਾਈਟਰ ਰਹੇ ਨੇ। 1919 ਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਨੇ ਇੰਡੀਅਨ ਸਿਵਲ ਸਰਵਿਸ ਦਾ ਜੋ ਐਗਜ਼ਾਮ ਸੀ ਉਹ ਕ੍ਰੈਕ ਕੀਤਾ ਸੀ, ਜੋ ਲੰਡਨ ਦੇ ਵਿੱਚ ਕੰਡਕਟ ਹੋਇਆ ਸੀ ਐਗਜ਼ਾਮੀਨੇਸ਼ਨ, ਐਂਡ ਹੀ ਵਾਸ ਅ ਸਿਲੈਕਟਡ, ਤੇ ਉਹ ਪਹਿਲੇ ਇੰਡੀਅਨ ਸਨ ਜਿਨ੍ਹਾਂ ਨੂੰ ਸਿਲੈਕਟ ਵੀ ਕੀਤਾ ਗਿਆ ਸੀ। ਬੋਸ ਹਾਊਐਵਰ ਰਿਜ਼ਾਈਨ ਫਰਮ ਇੰਡੀਅਨ, ਤੇ ਉਹਨਾਂ ਨੇ ਇੰਡੀਅਨ ਸਿਵਲ ਸਰਵਿਸ, ਦੇਖੋ ਇੰਡੀਅਨ ਸਿਵਲ ਸਰਵਿਸ ਇਸ ਸਮੇਂ ਕੀ ਉਸ ਸਮੇਂ ਵੀ ਬਹੁਤ ਟਫ ਸੀ ਕ੍ਰੈਕ ਕਰਨਾ। ਇੰਗਲਿਸ਼ ਲੈਂਗੁਏਜ ਦੇ ਵਿੱਚ ਐਗਜ਼ਾਮ ਹੁੰਦਾ ਸੀ, ਲੰਡਨ ਦੇ ਵਿੱਚ ਹੁੰਦਾ ਸੀ। ਸੋ ਸੁਭਾਸ਼ ਚੰਦਰ ਬੋਸ ਜੀ ਨੇ ਇੰਡੀਅਨ ਸਿਵਲ ਸਰਵਿਸ ਦਾ ਐਗਜ਼ਾਮ ਸੀ 1919 ਦੇ ਵਿੱਚ ਕ੍ਰੈਕ ਕੀਤਾ ਸੀ, ਤੇ ਈਵਨ ਉਹ ਸਿਲੈਕਟਡ ਵੀ ਸੀ, ਸਿਲੈਕਟ ਵੀ ਕਰ ਲਏ ਗਏ ਸਨ। ਬਟ ਉਹਨਾਂ ਨੇ ਉਸ ਪੋਸਟ ਤੋਂ ਰਿਜ਼ਾਈਨ ਦਿੱਤਾ ਸੀ। ਰੀਜ਼ਨ ਕੀ ਸੀ? ਬਿਕਾਜ਼ ਉਹਨਾਂ ਦੇ ਲਾਈਫ ਦੇ ਏਜੰਡੇ ਕੁਝ ਹੋਰ ਸਨ। ਉਹ ਪੋਲਿਟਿਕਸ ਦੇ ਵਿੱਚ ਆ ਕੇ ਇੰਡੀਆ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ। ਹੀ ਵਾਸ ਹਾਈਲੀ ਇਨਫਲੂਐਂਸਡ ਬਾਈ ਵਿਵੇਕਾਨੰਦਾ's ਟੀਚਿੰਗ, ਤੇ ਉਹ ਵਿਵੇਕਾਨੰਦਾ ਦੀ ਟੀਚਿੰਗਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਐਂਡ ਹੀ ਕੰਸੀਡਰਡ ਹਿਮ ਐਜ਼ ਹਿਜ਼ ਸਪਿਰਿਚੁਅਲ ਗੁਰੂ। ਸੋ ਪੁੱਛਿਆ ਜਾ ਸਕਦਾ ਹੈ ਕਿ ਸੁਭਾਸ਼ ਚੰਦਰ ਬੋਸ ਜੀ ਦੇ ਸਪਿਰਿਚੁਅਲ ਗੁਰੂ ਕੌਣ ਸਨ? ਤਾਂ ਸਵਾਮੀ ਵਿਵੇਕਾਨੰਦ। ਹਿਜ਼ ਪੋਲੀਟੀਕਲ ਮੈਂਟੋਰ ਵਾਸ ਚਿਤਰੰਜਨ ਦਾਸ। ਸੋ CR ਦਾਸ ਜੀ, ਚਿਤਰੰਜਨ ਦਾਸ, CR ਦਾਸ ਵਾਸ ਅ ਪੋਲੀਟੀਕਲ ਗੁਰੂ ਆਫ ਸੁਭਾਸ਼ ਚੰਦਰ ਬੋਸ। ਸੋ ਇਹ ਪੁੱਛਿਆ ਜਾ ਸਕਦਾ ਹੈ, ਹੂ ਵਾਸ ਅ ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ, ਹੂ ਵਾਸ ਅ ਪੋਲੀਟੀਕਲ ਗੁਰੂ ਆਫ ਸੁਭਾਸ਼ ਚੰਦਰ ਬੋਸ। ਸੋ ਤੁਹਾਨੂੰ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ। 1921 ਦੇ ਵਿੱਚ ਬੋਸ ਟੁਕ ਓਵਰ ਦਾ ਐਡੀਟਰਸ਼ਿਪ ਆਫ ਦਾ ਨਿਊਜ਼ਪੇਪਰ ਫਾਰਵਰਡ। ਸੋ ਉਹਨਾਂ ਨੇ ਫਾਰਵਰਡ ਨਿਊਜ਼ਪੇਪਰ, ਦੇਖੋ ਇੱਕ ਤਾਂ ਉਹਨਾਂ ਨੇ ਪਾਰਟੀ ਬਣਾਈ ਸੀ 1939 ਦੇ ਵਿੱਚ ਫਾਰਵਰਡ ਬਲਾਕ, ਤੇ 1921 ਦੇ ਵਿੱਚ ਉਹਨਾਂ ਨੇ ਫਾਰਵਰਡ ਨਾਮ ਦਾ ਇੱਕ ਨਿਊਜ਼ਪੇਪਰ ਵੀ ਪਬਲਿਸ਼ ਕੀਤਾ ਸੀ। 1923 ਦੇ ਵਿੱਚ ਬੋਸ ਵਾਸ ਸਿਲੈਕਟਡ ਦਾ ਪ੍ਰੈਜ਼ੀਡੈਂਟ ਆਫ ਆਲ ਇੰਡੀਆ ਯੂਥ ਕਾਂਗਰਸ। 1923 ਦੇ ਵਿੱਚ ਉਹ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਚੁਣੇ ਗਏ ਸਨ। ਐਂਡ ਆਲਸੋ ਦਾ ਸੈਕਟਰੀ ਆਫ ਬੰਗਾਲ ਸਟੇਟ ਕਾਂਗਰਸ, ਤੇ ਬੰਗਾਲ ਸਟੇਟ ਕਾਂਗਰਸ ਦੇ ਸੈਕਟਰੀ ਵੀ ਬਣੇ ਸਨ। ਇਸ ਤੋਂ ਬਾਅਦ ਇੰਪੋਰਟੈਂਟ ਚੀਜ਼ਾਂ ਉਹੀ ਮੈਂ ਦੱਸਿਆ ਕਿ ਕਨਸੀਕਿਊਟਿਵਲੀ 2 ਇਅਰਸ, 2 ਸਾਲ 1938 ਦੇ ਵਿੱਚ ਹਰੀਪੁਰ ਤੋਂ, ਤੇ 1939 ਦੇ ਵਿੱਚ ਤ੍ਰਿਪੁਰੀ ਤੋਂ, 2 ਸਾਲ ਕਨਸੀਕਿਊਟਿਵਲੀ 2 ਈਅਰ ਲਗਾਤਾਰ 2 ਸਾਲ ਜੋ ਸੁਭਾਸ਼ ਚੰਦਰ ਬੋਸ ਜੀ ਸਨ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਚੁਣੇ ਗਏ ਸਨ। ਬਟ ਡਿਊ ਟੂ ਸਮ ਰੀਜ਼ਨਸ 1939 ਦੀ ਵਾਲੀ ਉਹਨਾਂ ਦੀ ਜੋ ਸੀਟ ਸੀ, ਜੋ ਲੀਡਰਸ਼ਿਪ ਸੀ, ਉਹਨਾਂ ਨੇ ਛੱਡੀ ਸੀ, ਤੇ ਆਫਟਰ ਦੈਟ ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਅਲਵਿਦਾ ਕਹਿਤਾ ਸੀ, ਤੇ ਉਹਨਾਂ ਨੇ 1939 ਦੇ ਵਿੱਚ ਇੱਕ ਆਪਣੀ ਪਾਰਟੀ ਬਣਾਈ ਸੀ ਜਿਸ ਦਾ ਨਾਮ ਸੀ ਫਾਰਵਰਡ ਬਲਾਕ ਪਾਰਟੀ। ਆਫਟਰ ਦੈਟ ਉਹ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਛੱਡ ਕੇ ਇੰਡੀਆ ਤੋਂ ਰਵਾਨਾ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਉੱਥੇ ਉਹ ਡਿਫਰੈਂਟ ਚੀਜ਼ ਅੱਗੇ ਜਾ ਕੇ ਉਹ ਡਿਫਰੈਂਟ ਜਿਵੇਂ ਪਾਰਟੀਜ਼ ਨੂੰ ਫਾਰਮ ਕਰਦੇ ਨੇ, ਕੋਈ ਰੇਡੀਓ ਸਿਸਟਮ ਫਾਰਮ ਕਰਦੇ ਨੇ, ਉਹਦੇ ਬਾਰੇ ਸਟੱਡੀ ਕਰਦੇ ਆ। ਇੰਡੀਅਨ ਲੀਜਨ, ਬੋਸ ਫਾਊਂਡਡ ਦਾ ਫ੍ਰੀ ਇੰਡੀਆ ਸੈਂਟਰ ਇਨ ਬਰਲਿਨ। ਜਦੋਂ ਉਹ ਇੰਡੀਆ ਤੋਂ ਚਲੇ ਗਏ ਤਾਂ ਉਹਨਾਂ ਨੇ ਬਰਲਿਨ ਦੇ ਵਿੱਚ ਜਾ ਕੇ ਇੱਕ ਫ੍ਰੀ ਇੰਡੀਆ ਸੈਂਟਰ ਬਣਾਇਆ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ, ਠੀਕ ਹੈ। ਫ੍ਰੀ ਇੰਡੀਆ ਸੈਂਟਰ ਉਹਨਾਂ ਨੇ ਬਰਲਿਨ ਦੇ ਵਿੱਚ ਬਣਾਇਆ ਐਂਡ ਕ੍ਰੀਏਟਡ ਦਾ ਇੰਡੀਅਨ ਲੀਜਨ ਆਊਟ ਆਫ ਦਾ ਇੰਡੀਅਨ ਪ੍ਰਿਜ਼ਨਰ ਆਫ ਵਾਰ ਹੂ ਹੈਡ previously fought for the British in North Africa prior to the capture by the Asia forces। so ਉਹਨਾਂ ਨੇ ਕੁਝ ਆਪਣੇ ਜੋ ਫਾਰਮਲ ਪ੍ਰਿਜ਼ਨਰ ਸਨ, ਕੈਦੀਆਂ ਨੂੰ ਲੈ ਕੇ ਇੱਕ ਉਹਨਾਂ ਨੇ ਫੌਜ ਬਣਾਉਣੀ ਕੀ ਕੀਤੀ ਸੀ, ਸਟਾਰਟ ਕੀਤੀ ਸੀ। In Europe, both sought help from the Hitler and Mussolini for the liberation of party। ਸੋ ਇੰਡੀਆ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਡਿਫਰੈਂਟ ਕੰਟਰੀਜ਼ ਦੇ ਲੀਡਰਸ ਨੂੰ ਮਿਲਣਾ ਸਟਾਰਟ ਕੀਤਾ, ਜਿਵੇਂ ਜਰਮਨੀ ਦੇ ਵਿੱਚ ਹਿਟਲਰ ਨੂੰ ਮਿਲ ਕੇ ਆਏ ਸੀ, ਇਟਲੀ ਦੇ ਮਸਲੂਨੀ ਨੂੰ ਮਿਲਿਆ ਸੀ, ਬਟ ਉਹਨਾਂ ਨੇ ਕਿਹਾ ਸੀ ਕਿ ਅਸੀਂ ਵਰਲਡ ਵਾਰ ਸੈਕੰਡ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਹਾਂ। ਤਾਂ ਉਹਨਾਂ ਨੇ ਕੀ ਕੀਤਾ ਸੀ, ਹਿਟਲਰ ਤੇ ਮਸਲੂਨੀ ਨੇ ਸੁਭਾਸ਼ ਚੰਦਰ ਬੋਸ ਜੀ ਨੂੰ ਜਰਮਨੀ ਦੇ ਵਿੱਚ ਨਹੀਂ, ਟੋਕੀਓ ਜਾਪਾਨ ਦੇ ਵਿੱਚ ਭੇਜਿਆ ਸੀ। ਜਾਪਾਨ ਦੇ ਜੋ ਟੋਚੋ ਦੇ ਨਾਲ ਮਿਲਣ ਦੇ ਲਈ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਸੁਭਾਸ਼ ਚੰਦਰ ਬੋਸ ਜੀ ਨੂੰ। In Germany, he was attached to the Special Bureau for India, which was responsible for the broadcasting on the German-sponsored Azad Hind Radio। ਸੋ ਉਹਨਾਂ ਨੇ ਜਰਮਨ ਦੇ ਵਿੱਚ ਆਜ਼ਾਦ ਹਿੰਦ ਰੇਡੀਓ ਵੀ ਫਾਊਂਡ ਕੀਤਾ ਸੀ। On this radio, Bose on 6 July 1944 addressed Mahatma Gandhi as the father of the nation। ਸੋ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ
ਕਿ ਮਹਾਤਮਾ ਗਾਂਧੀ ਜੀ ਨੂੰ ਫਾਦਰ ਆਫ ਨੇਸ਼ਨ ਪਹਿਲੀ ਵਾਰ ਕਿਸਨੇ ਕਿਹਾ ਸੀ? ਤਾਂ ਸੁਭਾਸ਼ ਚੰਦਰ ਬੋਸ ਜੀ ਨੇ ਫਾਦਰ ਆਫ ਨੇਸ਼ਨ ਦਾ ਟੈਗ ਦਿੱਤਾ ਸੀ ਕਿਹਨਾਂ ਨੂੰ? ਮਹਾਤਮਾ ਗਾਂਧੀ ਜੀ ਨੂੰ। ਸੋ ਉੱਥੋਂ ਉਹ ਕਿੱਥੇ ਜਾਂਦੇ ਨੇ? ਜਾਪਾਨ ਦੇ ਵਿੱਚ ਚਲੇ ਜਾਂਦੇ ਨੇ। ਜਦੋਂ ਜਾਪਾਨ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਇੰਡੀਅਨ ਨੈਸ਼ਨਲ ਆਰਮੀ ਦੀ ਵਾਗਡੋਰ ਸੰਭਾਲ ਦਿੱਤੀ ਜਾਂਦੀ ਹੈ। ਸੋ ਅੱਗੇ ਜੋ ਰਨ ਲੈ ਕੇ ਜਾਂਦੇ ਨੇ ਇੰਡੀਅਨ ਨੈਸ਼ਨਲ ਆਰਮੀ ਨੂੰ ਸੁਭਾਸ਼ ਚੰਦਰ ਬੋਸ ਜੀ ਤੋਂ ਬਾਅਦ, ਤਾਂ ਉਹ ਹੁੰਦੇ ਨੇ ਸਾਡੇ ਰਸ਼ ਬਿਹਾਰੀ ਬੋਸ ਜੀ ਤੋਂ ਬਾਅਦ ਸੁਭਾਸ਼ ਚੰਦਰ ਬੋਸ ਜੀ ਵਾਗਡੋਰ ਸੰਭਾਲਦੇ ਨੇ ਇੰਡੀਅਨ ਨੈਸ਼ਨਲ ਆਰਮੀ ਦੀ। ਤੇ ਇੱਕ 1945 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਏਅਰਪਲੇਨ ਕਲੈਸ਼ ਦੇ ਵਿੱਚ, ਠੀਕ ਹੈ। ਐਰੋਪਲੇਨ ਕਲੈਸ਼ ਕਰ ਜਾਂਦਾ ਹੈ ਕਹਿੰਦੇ ਉੱਥੇ। ਇਹ ਦੇਖੋ, ਇਹ ਅੱਜ ਤੱਕ ਕਨਸਪੀਰੇਸੀ ਬਣੀ ਹੋਈ ਹੈ ਕਿ ਇਹਨਾਂ ਦੀ ਜੋ ਇੱਕ ਇੱਕ ਸਸਪੈਂਸ ਹੀ ਹੈ, ਕਹਿਣ ਦਾ ਭਾਵ ਹਲੇ ਤੱਕ ਇਹ ਕਲੈਰਿਟੀ ਨਹੀਂ ਮਿਲੀ ਕਿ ਸੁਭਾਸ਼ ਚੰਦਰ ਬੋਸ ਜੀ ਦੀ ਡੈਥ ਹੋਈ ਕਿ ਉਹਨਾਂ ਦਾ ਮਰਡਰ ਕਰਵਾਇਆ ਗਿਆ ਸੀ, ਠੀਕ ਹੈ। ਸੋ 1945 ਦੇ ਵਿੱਚ ਜੋ ਸੁਭਾਸ਼ ਚੰਦਰ ਬੋਸ ਜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ। ਸੋ ਇੰਡੀਅਨ ਨੈਸ਼ਨਲ ਆਰਮੀ fought allied forces in 1944 inside the border of India in Imphal and Burma. However, with the fall of Rangnoon, Azad Hind government ceased to be an effective political party. So November 1945 ਦੇ ਵਿੱਚ a British move to put the Indian National Army men on trial immediately sparked massive demonstration all over the country. ਸੋ ਉਸ ਤੋਂ ਬਾਅਦ ਜਦੋਂ ਆਪਣੇ ਸੁਭਾਸ਼ ਚੰਦਰ ਬੋਸ ਜੀ ਇੰਡੀਆ ਆਉਣ ਲੱਗਦੇ ਨੇ ਜਾਪਾਨ ਤੋਂ, ਤਾਂ ਉਹਨਾਂ ਦਾ ਜੋ ਜਹਾਜ਼ ਹੁੰਦਾ ਹੈ ਕ੍ਰੈਸ਼ ਕਰ ਜਾਂਦਾ ਹੈ, ਜਿਹਦੇ ਕਰਕੇ ਇੰਡੀਅਨ ਸਾਡੇ ਸੁਭਾਸ਼ ਚੰਦਰ ਬੋਸ ਜੀ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ CR ਪਲਾਨ, ਜਿਸ ਨੂੰ ਰਾਜਾ ਜੀ ਫਾਰਮੂਲਾ ਜਾਂ CR ਫਾਰਮੂਲਾ ਕਿਹਾ ਜਾਂਦਾ ਹੈ। ਹੁੰਦਾ ਕੀ ਹੈ? ਹੁਣ 1945 ਦਾ ਟਾਈਮ ਪੀਰੀਅਡ ਚੱਲ ਰਿਹਾ ਸੀ। ਹੁਣ ਵਰਲਡ ਵਾਰ ਸੈਕਿੰਡ ਵੀ ਚੱਲਦੀ ਸੀ। ਬਹੁਤ ਵਾਰ ਟਰਾਈ ਕੀਤਾ ਸਾਡੇ ਬ੍ਰਿਟਿਸ਼ਰਸ ਨੇ ਇੰਡੀਅਨਸ ਨੂੰ ਵਰਲਡ ਵਾਰ ਸੈਕਿੰਡ ਦੇ ਵਿੱਚ ਪਾਰਟੀਸਪੇਟ ਕਰਵਾਉਣ ਦੇ ਲਈ, ਬਟ ਕਿਤੇ ਨਾ ਕਿਤੇ ਉਹਨਾਂ ਦਾ ਹਰ ਜਿਹੜਾ ਸਟੈਪ ਸੀ ਉਹ ਫੇਲ ਹੋ ਜਾਂਦਾ ਸੀ। ਐਟ ਦਾ ਐਂਡ ਉਹਨਾਂ ਨੂੰ ਵੀ ਇਹ ਲੱਗਣਾ ਸਟਾਰਟ ਹੋ ਗਿਆ ਸੀ ਕਿ ਹੁਣ ਦੇਸ਼ ਨੂੰ ਕੀ ਦੇ ਦੇਣੀ ਹੈ? ਆਜ਼ਾਦੀ ਦੇ ਦੇਣੀ ਹੈ। ਸੋ ਜਦੋਂ ਉਸ ਸਮੇਂ ਵਰਲਡ ਵਾਰ ਸੈਕਿੰਡ ਚੱਲ ਰਹੀ ਸੀ ਤਾਂ ਉਹਨਾਂ ਨੇ ਇੱਕ ਸਲਾਹ ਕੀਤੀ ਸੀ ਇੰਡੀਆ ਨੂੰ ਆਜ਼ਾਦੀ ਦੇਣ ਦੀ। ਤਾਂ ਉਸ ਸਮੇਂ ਉਹਨਾਂ ਨੂੰ ਪਤਾ ਸੀ ਕਿ ਇੰਡੀਆ ਨੂੰ ਕਿਸੇ ਇੱਕ ਸਟੈਪ ਦੇ ਉੱਤੇ ਕੁਝ ਰਿਫਾਰਮਸ ਨਹੀਂ ਦਿੱਤੀਆਂ ਜਾ ਸਕਦੀਆਂ ਜਦੋਂ ਤੱਕ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਦੀ ਆਪਸ ਦੇ ਵਿੱਚ ਕੀ ਨਹੀਂ ਹੁੰਦੀ? ਸੈਟਲਮੈਂਟ ਨਹੀਂ ਹੁੰਦੀ। ਸੋ ਉਸ ਸੈਟਲਮੈਂਟ ਕਰਵਾਉਣ ਦੇ ਲਈ CR ਫਾਰਮੂਲਾ ਆਇਆ ਸੀ, ਜਿਸ ਨੂੰ ਰਾਜਾ ਜੀ ਫਾਰਮੂਲਾ ਵੀ ਕਿਹਾ ਜਾਂਦਾ ਹੈ। During the Second World War, the British government under the viceroyalty of Lord Linlithgow, ਤਾਂ ਉਸ ਸਮੇਂ ਵਾਇਸਰॉय ਕੌਣ ਸੀ ਸੈਕੰਡ ਵਰਲਡ ਵਾਰ ਦੇ ਵਿੱਚ? ਲਾਰਡ ਲਿੰਥੀਗੋ ਸੀ। had said that any move towards an Indian statehood would be possible only if the Indian National Congress and Muslim League resolve their differences. ਕਹਿੰਦੇ ਇੰਡੀਅਨਸ ਨੂੰ ਉਦੋਂ ਤੱਕ ਕੋਈ ਰਿਫਾਰਮਸ ਨਹੀਂ ਦਿੱਤੀਆਂ ਜਾ ਸਕਦੀਆਂ, ਇੰਡੀਅਨਸ ਦੇ ਲਈ ਉਦੋਂ ਤੱਕ ਅੱਗੇ ਕੋਈ ਸਟੈਪ ਨਹੀਂ ਵਧਾਇਆ ਜਾ ਸਕਦਾ, ਇੰਡੀਆ ਲਈ ਉਦੋਂ ਤੱਕ ਅਗਲੇ ਸਟੈਪ ਤੇ ਨਹੀਂ ਸੋਚਿਆ ਜਾ ਸਕਦਾ ਜਿੰਨਾ ਟਾਈਮ ਇੰਡੀਅਨ ਨੈਸ਼ਨਲ ਕਾਂਗਰਸ ਤੇ ਸਾਡੇ ਜੋ ਮੁਸਲਿਮ ਲੀਗ ਹੈ ਉਹ ਆਪਸ ਦੇ ਵਿੱਚ ਆਪਣੇ ਡਿਫਰੈਂਸਿਸ ਨੂੰ ਕਲੀਅਰ ਨਹੀਂ ਕਰ ਲੈਂਦੀ। The league was increasingly demanding a separate nation of Pakistan. ਕਹਿੰਦੇ ਜਿਹੜੀ ਮੁਸਲਿਮ ਲੀਗ ਸੀ ਉਹ ਕੰਟੀਨਿਊਸਲੀ ਆਪਣੇ ਅਲੱਗ ਤੋਂ ਇੱਕ ਪਾਕਿਸਤਾਨ ਦੀ ਡਿਮਾਂਡ ਕਰ ਰਹੀ ਸੀ, ਜਿਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਜਿਸ ਚੀਜ਼ ਨੂੰ ਮਨਜ਼ੂਰ ਨਹੀਂ ਸੀ ਕਰਦੀ, ਕਿਉਂਕਿ ਇੰਡੀਅਨ ਨੈਸ਼ਨਲ ਕਾਂਗਰਸ ਚਾਹੁੰਦੀ ਸੀ ਕਿ ਇੰਡੀਆ ਨੂੰ ਵੰਡਿਆ ਨਾ ਜਾਵੇ, ਪਾਰਟੀਸ਼ਨ ਨਾ ਕੀਤੀ ਜਾਵੇ। ਤੇ ਇਹ ਇੱਕ ਤਰੀਕੇ ਦਾ ਡੈਡਲੌਕ ਹੋ ਚੁੱਕਿਆ ਸੀ। ਇੰਡੀਅਨ ਨੈਸ਼ਨਲ ਕਾਂਗਰਸ ਇਹ ਨਹੀਂ ਸੀ ਚਾਹੁੰਦੀ ਕਿ ਇੰਡੀਆ ਨੂੰ ਵੰਡਿਆ ਜਾਵੇ, ਬਟ ਜੋ ਮੁਸਲਿਮ ਲੀਗ ਸੀ ਉਹ ਆਪਣੇ ਅਲੱਗ ਤੋਂ ਪਾਕਿਸਤਾਨ ਦੀ ਡਿਮਾਂਡ ਕਰ ਰਹੀ ਸੀ। ਸੋ ਇਸ ਡੈਡਲੌਕ ਨੂੰ ਰਿਜ਼ੋਲਵ ਕਰਨ ਦੇ ਲਈ ਆਉਂਦਾ ਸਾਡਾ CR ਪਲਾਨ, ਰਾਜਾ ਜੀ ਫਾਰਮੂਲਾ ਜਾਂ CR ਫਾਰਮੂਲਾ ਵੀ ਜਿਸ ਨੂੰ ਕਿਹਾ ਜਾਂਦਾ ਹੈ। To break this deadlock between two major political parties, CR Raja Gopalachaри, Indian National Congress member who was close to Mahatma Gandhi, proposed a set of plan called the CR formula. ਕਹਿੰਦੇ ਇਸ ਡੈਡਲੌਕ ਨੂੰ ਰਿਜ਼ੋਲਵ ਕਰਨ ਦੇ ਲਈ CR ਰਾਜਾ ਗੋਪਾਲਨਚਾਰੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਸਨ ਤੇ ਉਹ ਮਹਾਤਮਾ ਗਾਂਧੀ ਦੇ ਬਹੁਤ ਜ਼ਿਆਦਾ ਨਜ਼ਦੀਕ ਸਨ ਤੇ ਉਹਨਾਂ ਨੇ ਇਸ ਡੈਡਲੌਕ ਨੂੰ ਰਿਜ਼ੋਲਵ ਕਰਨ ਦੇ ਲਈ ਇੱਕ ਫਾਰਮੂਲਾ ਲੈ ਕੇ ਆਏ, ਠੀਕ ਹੈ। This was the first acknowledgement by the congressman about the inevitability of the partition of country and the direct acceptance of Pakistan.
ਕਹਿੰਦੇ ਇਹ ਪਹਿਲੀ ਐਸੇ ਐਕਨੋਲਜਮੈਂਟ ਆਈ ਸੀ ਜਿਸ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਕਿਤੇ ਨਾ ਕਿਤੇ ਮੁਸਲਿਮ ਲੀਗ ਦੇ ਦੇਸ਼ ਨੂੰ ਵੰਡਣ ਦੀ ਗੱਲ ਜਾਂ ਫਿਰ ਪਾਕਿਸਤਾਨ ਦੀ ਡਿਮਾਂਡ ਨੂੰ ਕੀ ਕੀਤਾ ਸੀ, ਐਕਸੈਪਟ ਕੀਤਾ ਸੀ, ਮੰਨ ਲਿਆ ਸੀ। ਹੁਣ ਦੇਖਦੇ ਹਾਂ ਕਿ ਇਸ ਇੰਡੀਆ ਜੋ ਸੀਆਰ ਫਾਰਮੂਲਾ ਸੀ ਇਸ ਦੇ ਵਿੱਚ ਕੀ ਪ੍ਰਪੋਜ਼ਲ ਰੱਖੇ ਗਏ ਸਨ, ਉਸ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਕਹਿੰਦੇ ਮੁਸਲਿਮ ਲੀਗ, ਕਹਿੰਦੇ ਹੁਣ ਪਹਿਲਾਂ ਕੀ ਸੀ, ਕਹਿੰਦੇ ਮੁਸਲਿਮ ਲੀਗ ਸਭ ਤੋਂ ਪਹਿਲਾਂ ਕੀ ਮੰਨਿਆ ਗਿਆ ਕਿ ਮੁਸਲਿਮ ਲੀਗ ਰਜਾਮੰਦ ਹੋ ਗਈ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਕਿ ਆਪਾਂ ਮਿਲ ਕੇ ਕੀ ਕਰਾਂਗੇ, ਆਪਣੀ ਡਿਮਾਂਡ ਨੂੰ ਇੰਡੀਅਨ ਬ੍ਰਿਟਿਸ਼ ਸਰਕਾਰ ਦੇ ਅੱਗੇ ਰੱਖਾਂਗੇ। ਤੁਸੀਂ ਸਾਡੇ ਪਾਕਿਸਤਾਨ ਦੀ ਡਿਮਾਂਡ ਮੰਨਦੇ ਹੋ ਤਾਂ ਅਸੀਂ ਤੁਹਾਡੇ ਨਾਲ ਸਹਿਮਤੀ ਕਰਕੇ ਡਿਮਾਂਡ ਅੱਗੇ ਰੱਖਾਂਗੇ। ਸੈਕਿੰਡ, after the war commission would be entrusted with the task of democrating those areas with an absolute majority of Muslims। ਕਹਿੰਦੇ ਜਦੋਂ ਵਰਲਡ ਵਾਰ ਸੈਕਿੰਡ ਖਤਮ ਹੋ ਜਾਏਗੀ ਉਸ ਤੋਂ ਬਾਅਦ ਆਪਾਂ ਉਹਨਾਂ ਏਰੀਆਜ਼ ਦੇ ਵਿੱਚ ਵੋਟ ਕਰਵਾਵਾਂਗੇ ਜਿੱਥੇ ਮੈਜੋਰਿਟੀ ਆਫ ਮੁਸਲਿਮਸ ਰਹਿੰਦੇ ਨੇ, ਜਿਵੇਂ ਸਾਡਾ ਪੰਜਾਬ ਹੋ ਗਿਆ, ਬੰਗਾਲ ਹੋ ਗਿਆ, ਸਿੰਧ ਹੋ ਗਿਆ। ਕਹਿੰਦੇ ਇਹਨਾਂ ਰੀਜ਼ਨ ਦੇ ਵਿੱਚ ਜਿੱਥੇ ਮੈਜੋਰਿਟੀ ਆਫ ਮੁਸਲਿਮਸ ਰਹਿੰਦੇ ਨੇ ਉੱਥੇ ਆਪਾਂ ਵੋਟਿੰਗ ਕਰਵਾਵਾਂਗੇ, ਜਿੰਨੀ ਵੀ ਪਾਪੂਲੇਸ਼ਨ ਆ ਉੱਥੋਂ ਦੀ ਸਭ ਤੋਂ ਵੋਟਿੰਗ ਕਰਵਾਵਾਂਗੇ ਕਿ ਉਹ ਪਾਕਿਸਤਾਨ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਉਹ ਇੰਡੀਆ ਦੇ ਨਾਲ ਰਹਿਣਾ ਚਾਹੁੰਦੇ ਨੇ। ਕੰਡੀਸ਼ਨ ਇਹ ਸੀ ਕਿ ਪੂਰੀ ਪਾਪੂਲੇਸ਼ਨ ਤੋਂ ਕੀ ਕਰਵਾਈ ਜਾਏਗੀ, ਵੋਟ ਕਰਵਾਈ ਜਾਏਗੀ। In case of partition, joint agreement to be made for the safeguard defense communication commerce। ਕਹਿੰਦੇ ਜਦੋਂ ਪਾਰਟੀਸ਼ਨ ਕਰ ਦਿੱਤੀ ਜਾਵੇਗੀ, ਇੱਕ ਪਾਕਿਸਤਾਨ ਬਣਾ ਦਿੱਤਾ ਜਾਵੇਗਾ, ਇੱਕ ਇੰਡੀਆ, ਬਟ ਕੁਝ ਚੀਜ਼ਾਂ ਨੂੰ ਕਾਮਨ ਰੱਖਿਆ ਜਾਏਗਾ ਜਿਵੇਂ ਡਿਫੈਂਸ ਹੋ ਗਈ, ਕਮਿਊਨੀਕੇਸ਼ਨ ਹੋ ਗਈ ਤੇ ਕਮਰਸ ਹੋ ਗਿਆ। ਕਹਿੰਦੇ ਇਹਨਾਂ ਚੀਜ਼ਾਂ ਨੂੰ ਸਾਂਝਾ ਰੱਖਿਆ ਜਾਏਗਾ। In 1944, Gandhi and Muslim Muhammad Ali Jinnah held a task on the basis of Rajaji formula। The task was failure। Talks was failure। ਹੁੰਦਾ ਕੀ ਹੈ, ਕਹਿੰਦੇ ਜਦੋਂ 1944 ਦੇ ਵਿੱਚ ਕੀ ਹੁੰਦਾ ਸੀਆਰ ਫਾਰਮੂਲਾ, ਠੀਕ ਹੈ। 1944 ਦੇ ਵਿੱਚ ਸੀਆਰ ਫਾਰਮੂਲਾ, ਸੀਆਰ ਰਾਜਾ ਗੋਪਾਲਨਚਾਰੀ ਇਸ ਇੱਕ ਰਿਫਾਰਮਸ ਨੂੰ ਜਾਂ ਇੱਕ ਐਕਨੋਲਜਮੈਂਟ ਨੂੰ ਪੇਸ਼ ਕਰਦੇ ਨੇ ਭਈ ਆਪਾਂ ਇਹਦੇ ਤੇ ਸਹਿਮਤੀ ਜਤਾਉਂਦੇ ਆ ਤੇ ਆਪਣੀ ਇੱਕ ਕਾਮਨ ਡਿਮਾਂਡ ਬ੍ਰਿਟਿਸ਼ਰਸ ਦੇ ਅੱਗੇ ਰੱਖ ਸਕੀਏ। ਤਾਂ ਇਸ ਫਾਰਮੂਲੇ ਦੇ ਉੱਤੇ ਮਹਾਤਮਾ ਗਾਂਧੀ 1944 ਦੇ ਵਿੱਚ ਮਹਾਤਮਾ ਗਾਂਧੀ ਤੇ ਮੁਹੰਮਦ ਅਲੀ ਜਿਨ੍ਹਾਂ ਦੀ ਗੱਲਬਾਤ ਹੁੰਦੀ ਹੈ, ਟਾਕ ਹੁੰਦੀ ਹੈ। ਬਟ ਇਹ ਟਾਕ ਕੀ ਹੋ ਜਾਂਦੀ ਹੈ, ਫੇਲ ਹੋ ਜਾਂਦੀ ਹੈ, ਠੀਕ ਹੈ। ਟਾਕ ਫੇਲ ਕਿਉਂ ਹੁੰਦੀ ਹੈ, ਕਿਉਂਕਿ ਮੁਹੰਮਦ ਅਲੀ ਜਿਨ੍ਹਾਂ ਨੂੰ ਕਈ ਪੁਆਇੰਟਸ ਦੇ ਉੱਤੇ ਆਬਜੈਕਸ਼ਨ ਹੋ ਗਈ ਸੀ ਕਿਉਂਕਿ ਉਹਨਾਂ ਨੂੰ ਕੁਝ ਪੁਆਇੰਟ ਸੀਆਰ ਫਾਰਮੂਲਾ ਦੇ ਵਿੱਚ ਪਸੰਦ ਨਹੀਂ ਸੀ ਆਏ। ਕਿਵੇਂ, ਕਿਹੜੇ ਕਿਹੜੇ? ਸਭ ਤੋਂ ਪਹਿਲਾਂ ਕਹਿੰਦੇ ਹੀ ਵਾਂਟਡ ਇੰਡੀਅਨ ਨੈਸ਼ਨਲ ਕਾਂਗਰਸ ਟੂ ਐਕਸੈਪਟੈਂਸ ਟੂ ਨੇਸ਼ਨ ਥਿਊਰੀ। ਸਭ ਤੋਂ ਪਹਿਲਾਂ ਕਹਿੰਦੇ ਤੁਸੀਂ ਕਹਿ ਰਹੇ ਹੋ ਸੀਆਰ ਗੋਪਾਲਨਚਾਰੀ ਜੀ ਦੇ ਜਿਹੜੇ ਫਾਰਮੂਲਾ ਆ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਦੇਸ਼ ਨੂੰ ਵੰਡ ਦਾਂਗੇ ਬਟ ਜਿਹੜੇ ਕੁਝ ਫੈਕਟਰ ਹੋਣਗੇ ਜਿਵੇਂ ਕਾਮਰਸ ਹੋ ਗਿਆ ਵਗੈਰਾ ਹੋ ਗਿਆ ਤਾਂ ਉਹ ਆਪਾਂ ਸਾਂਝੇ ਰੱਖਾਂਗੇ। ਦੈਟ ਮੀਨਸ ਨੇਸ਼ਨ ਇੱਕ ਹੋਏਗਾ, ਦੇਸ਼ ਦੋ ਹੋਣਗੇ। ਕਹਿੰਦੇ ਨਹੀਂ, ਮੁਹੰਮਦ ਅਲੀ ਜਿਨਾ ਕਹਿੰਦੇ ਕਿ ਤੁਹਾਨੂੰ ਇੰਡੀਅਨਸ ਨੂੰ, ਇੰਡੀਅਨ ਨੈਸ਼ਨਲ ਕਾਂਗਰਸ ਨੂੰ ਟੂ ਨੇਸ਼ਨ ਥਿਊਰੀ ਨੂੰ ਕੀ ਕਰਨਾ ਪਏਗਾ, ਐਕਸੈਪਟ ਕਰਨਾ ਪਏਗਾ ਕਿ ਆਫਟਰ ਇੰਡੀਪੈਂਡੈਂਸ ਸਾਨੂੰ ਕੀ ਬਣਨੇ ਚਾਹੀਦੇ ਨੇ, ਦੋ ਨੇਸ਼ਨ ਬਣਨੇ ਚਾਹੀਦੇ ਨੇ, ਇੱਕ ਪਾਕਿਸਤਾਨ ਤੇ ਇੱਕ ਇੰਡੀਆ, ਠੀਕ ਹੈ ਜੀ। ਸੈਕਿੰਡ ਉਹਨਾਂ ਨੇ ਕੀ ਆਬਜੈਕਸ਼ਨ ਜਤਾਈ? ਸੈਕਿੰਡ ਉਹਨਾਂ ਨੇ ਇੱਕ ਇਹ ਰੱਖਿਆ ਸੀ ਕਿ ਆਫਟਰ ਦਾ ਵਰਲਡ ਵਾਰ ਸੈਕਿੰਡ ਆਪਾਂ ਉਹਨਾਂ ਏਰੀਆ ਦੇ ਵਿੱਚ ਵੋਟਿੰਗ ਕਰਵਾਵਾਂਗੇ ਜਿੱਥੇ ਮੈਜੋਰਿਟੀ ਆਫ ਮੁਸਲਿਮਸ ਰਹਿੰਦੇ ਨੇ ਤੇ ਸਾਰੀ ਪਾਪੂਲੇਸ਼ਨ ਤੋਂ, ਕਹਿੰਦੇ ਸਾਰੀ ਪਾਪੂਲੇਸ਼ਨ ਤੋਂ ਵੋਟਿੰਗ ਨਹੀਂ ਕਰਵਾਣੀ, ਜਸਟ ਉਹ ਕਮਿਊਨਿਟੀ ਤੋਂ ਜੋ ਮੁਸਲਿਮਸ ਨੇ ਉਹਨਾਂ ਤੋਂ ਵੋਟਿੰਗ ਕਰਵਾਓ ਕਿ ਉਹ ਇੰਡੀਆ 'ਚ ਰਹਿਣਾ ਚਾਹੁੰਦੇ ਨੇ ਜਾਂ ਉਹ ਪਾਕਿਸਤਾਨ ਦੇ ਵਿੱਚ ਰਹਿਣਾ ਚਾਹੁੰਦੇ ਨੇ। ਥਰਡ ਉਹਨਾਂ ਦੀ ਆਬਜੈਕਸ਼ਨ ਕੀ ਸੀ? ਕਹਿੰਦੇ ਹੀ ਵਾਸ ਆਲਸੋ ਅਗੇਂਸਟ ਦ ਆਈਡੀਆ ਆਫ ਕਾਮਨ ਸੈਂਟਰ। ਕਹਿੰਦੇ ਉਹ ਜਿਹੜਾ ਕਾਮਨ ਸੈਂਟਰ ਰੱਖਣਾ ਚਾਹੁੰਦੇ ਸੀ ਉਸ ਆਈਡੀਆ ਦੇ ਉਹ ਅਗੇਂਸਟ ਸਨ। ਕਹਿੰਦੇ ਆਫਟਰ ਕੀ ਹੋਏਗਾ, ਜਦੋਂ ਇੰਡੀਪੈਂਡੈਂਸ ਹੋਏਗੀ ਤਾਂ ਸਾਨੂੰ ਦੋ ਕੀ ਚਾਹੀਦੇ ਨੇ, ਦੋ ਸੈਂਟਰ ਚਾਹੀਦੇ ਨੇ। ਚਲੋ ਜੀ, ਇਹ ਮੁਹੰਮਦ ਅਲੀ ਜਿਨਾ ਤੇ ਮਹਾਤਮਾ ਗਾਂਧੀ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ, ਜਿਹੜੀ ਟਾਕ ਹੁੰਦੀ ਹੈ, ਐਟ ਦਾ ਐਂਡ ਉਹ ਕੀ ਹੋ ਜਾਂਦੀ ਹੈ, ਆ ਕੇ ਫੇਲ ਹੋ ਜਾਂਦੀ ਹੈ। ਬਟ ਹੁਣ ਗਾਂਧੀ ਜੀ ਨੂੰ ਵੀ ਇਹ ਪਤਾ ਸੀ ਕਿ ਜਿੰਨਾ ਮਰਜ਼ੀ ਕੁਝ ਕਰ ਲਈਏ ਕਿਤੇ ਨਾ ਕਿਤੇ ਇੱਕ ਜਗ੍ਹਾ ਤੇ ਦੋਨੋਂ ਅਗਰ ਪਾਰਟੀਜ਼ ਐਗਰੀ ਹੋਣਗੀਆਂ, ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ, ਜਿੰਨਾ ਟਾਈਮ ਇਹ ਐਗਰੀ ਨਹੀਂ ਹੁੰਦੀ ਉਹਨਾਂ ਟਾਈਮ ਸਾਨੂੰ ਬ੍ਰਿਟਿਸ਼ ਸਰਕਾਰ ਵੀ ਆਜ਼ਾਦੀ ਨਹੀਂ ਦੇਗੀ। ਤਾਂ ਉਸ ਮਹਾਤਮਾ ਗਾਂਧੀ ਨੂੰ ਵੀ ਪਤਾ ਸੀ ਕਿ ਕਿਸੇ ਨਾ ਕਿਸੇ ਜਗ੍ਹਾ ਤੇ ਕੰਪਰੋਮਾਈਜ਼ਸ ਕਰਕੇ ਇਹਨਾਂ ਇੱਕ ਦੂਜੇ ਦੇ ਵਿੱਚ ਜਿਹੜੇ ਡਿਫਰੈਂਸਿਸ ਨੇ ਮੁਸਲਿਮ ਲੀਗ ਤੇ ਇੰਡੀਅਨ ਨੈਸ਼ਨਲ ਕਾਂਗਰਸ ਉਹਨਾਂ ਨੂੰ ਰਿਜ਼ੋਲਵ ਕਰਕੇ ਸਾਨੂੰ ਦੇਸ਼ ਨੂੰ ਆਜ਼ਾਦ ਕਰਵਾਉਣਾ ਪੈਣਾ। ਸੋ ਉਸ ਤੋਂ ਬਾਅਦ ਹੁੰਦਾ ਜੀ ਦਸਈ ਲਿਆਕਤ ਪ੍ਰਪੋਜ਼ਲ ਇਨ 1945।
ਠੀਕ ਹੈ। ਸਹੀ ਲਿਆਕਤ ਪ੍ਰਪੋਜ਼ਲ ਹੈ ਕੀ ਸੀ? ਉਹੀ CR ਗੋਪਾਲਾਚਾਰੀ ਦਾ ਜਿਹੜਾ ਫਾਰਮੂਲਾ ਸੀ ਉਸ ਦੇ ਉੱਤੇ ਟਾਕ ਸੀ। ਪਹਿਲਾਂ ਮੁਹੰਮਦ ਅਲੀ ਜਿਨਾ ਤੇ ਗਾਂਧੀ ਜੀ ਨੇ ਕੀਤੀ। ਉਹਨਾਂ ਨੂੰ ਪਤਾ ਸੀ ਕਿ ਮੁਹੰਮਦ ਅਲੀ ਜਿਨਾ ਤੇ ਗਾਂਧੀ ਦੀ ਕਦੇ ਇੱਕ ਗੱਲ ਦੇ ਉੱਤੇ ਸਹਿਮਤੀ ਨਹੀਂ ਹੋਣੀ। ਦੈਟਸ ਵਾਈ ਇੱਕ ਸਾਈਡ ਤੋਂ ਦਸਈ ਜੀ ਆਏ ਮਹਾਤਮਾ ਗਾਂਧੀ ਤੇ ਲਿਆਕਤ ਦੂਸਰੀ ਸਾਈਡ ਤੋਂ ਆਏ। ਕਹਿੰਦੇ Mahatma Gandhi convinced that the British ruler would not grant independence to Indian unless and until the Congress and Muslim League reach some conclusion on the future of the country. ਉਹ ਕਹਿੰਦੇ ਇਹ ਗੱਲ ਮਹਾਤਮਾ ਗਾਂਧੀ ਜੀ ਨੇ ਰਿਅਲਾਈਜ਼ ਕਰ ਲਈ ਸੀ ਕਿ ਜਿੰਨਾ ਟਾਈਮ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਕਿਸੇ ਕਾਮਨ ਡਿਸੀਜਨ ਦੇ ਉੱਤੇ ਨਹੀਂ ਪਹੁੰਚਦੇ, ਕਿਸੇ ਕਨਕਲੂਜਨ ਦੇ ਉੱਤੇ ਨਹੀਂ ਪਹੁੰਚਦੇ, ਉਨਾ ਟਾਈਮ ਬ੍ਰਿਟਿਸ਼ ਸਰਕਾਰ ਸਾਨੂੰ ਫਿਊਚਰ ਦੇ ਵਿੱਚ ਇੰਡੀਪੈਂਡੈਂਸ ਨਹੀਂ ਦੇਗੀ। ਸੋ ਕਹਿੰਦੇ ਫਿਊਚਰ ਆਫ ਦਾ ਕੰਟਰੀ ਔਰ ਇਮੀਡੀਏਟ ਫਾਰਮੇਸ਼ਨ ਆਫ ਦਾ ਇੰਟਰਿਮ ਨੈਸ਼ਨਲ ਗਵਰਨਮੈਂਟ, ਕਹਿੰਦੇ ਇੰਡੀਆ ਦੇ ਵਿੱਚ ਇੰਟਰਿਮ ਨੈਸ਼ਨਲ ਗਵਰਨਮੈਂਟ ਬਣਾਉਣ ਦੇ ਲਈ ਜਾਂ ਆਜ਼ਾਦੀ ਲੈਣ ਦੇ ਲਈ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਸਹਿਮਤੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। Hence, Gandhi directed Vallabhbhai Jeevan Desai to make another attempt to appease the League leaders and find way out of 1942 to 45 political deadlock. ਤਾਂ ਕਹਿੰਦੇ ਗਾਂਧੀ ਜੀ ਨੇ ਵੱਲਭ ਭਾਈ ਦਸਾਈ ਜੀ ਨੂੰ ਕਿਹਾ ਕਿ ਕੋਈ ਇੱਕ ਹੋਰ ਅਟੈਂਪਟ ਐਵੇਂ ਦਾ ਕਰੋ ਕਿ ਜਿੱਥੇ ਇੰਡੀਅਨ ਜੋ ਮੁਸਲਿਮ ਲੀਗ ਹੈ ਉਸ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ 1942 ਤੋਂ ਲੈ ਕੇ 1945 ਤੱਕ ਜਿਹੜਾ ਡੈਡਲੌਕ ਚੱਲਦਾ ਆ ਰਿਹਾ ਦੋਨਾਂ ਪਾਰਟੀਆਂ ਦੇ ਵਿੱਚ ਉਸ ਨੂੰ ਖਤਮ ਕੀਤਾ ਜਾਵੇ। Nomination of equal number of persons by both in center executive, ਸੋ ਇਹ ਕੁਝ ਡਿਮਾਂਡਸ ਰੱਖੀਆਂ ਗਈਆਂ ਕਿ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਹੁੰਦਾ ਕੀ ਹੈ ਕਹਿੰਦੇ ਮਹਾਤਮਾ ਗਾਂਧੀ attempt to resolve the political deadlock by persuading Vallabhbhai Jeevan Desai to make an attempt to appease the league leaders, but the proposal were not formally endorsed either by the Congress or League। ਕਹਿੰਦੇ ਐਟ ਦਾ ਜਦੋਂ ਫਿਰ ਇਹ ਜਿਹੜਾ ਅਟੈਂਪਟ ਲਿਆ ਜਾਂਦਾ ਹੈ ਕਿ ਦੁਬਾਰਾ ਤੋਂ ਗੱਲਬਾਤ ਕੀਤੀ ਜਾਵੇ ਉਹ ਵੀ ਕਿਤੇ ਨਾ ਕਿਤੇ ਕੀ ਹੋ ਜਾਂਦੀ ਹੈ, ਫੇਲ ਹੋ ਜਾਂਦੀ ਹੈ। ਬਟ ਐਟ ਦਾ ਐਂਡ ਇੱਕ ਦੋ ਵਾਰ ਗੱਲ ਕਰਨ ਤੋਂ ਬਾਅਦ ਦਸਾਈ ਤੇ ਲਿਆਕਤ ਪੈਕਟ ਸਾਈਨ ਕਰ ਲਿਆ ਜਾਂਦਾ 1945 ਦੇ ਵਿੱਚ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਇੰਡੀਆ ਦੇ ਵਿੱਚ 1946 ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਆਏਗਾ। ਕੈਬਨਿਟ ਮਿਸ਼ਨ ਪਲਾਨ ਇੰਡੀਆ ਦੇ ਵਿੱਚ ਕਨਸਟੀਟਿਊਟ ਅਸੈਂਬਲੀ ਬਣਾਉਣ ਦੇ ਲਈ ਆਏਗਾ। ਕਨਸਟੀਟਿਊਟ ਅਸੈਂਬਲੀ ਬਣੇਗੀ, ਕਨਸਟੀਟਿਊਸ਼ਨ ਬਣਦਾ ਰੈਡੀ ਹੋਏਗਾ। 1947 ਦੇ ਵਿੱਚ ਮਾਊਂਟ ਬੈਟਨ ਪਲਾਨ ਆ ਜਾਏਗਾ। ਮਾਊਂਟ ਬੈਟਨ ਪਲਾਨ ਆਏਗਾ 1900 ਕੈਬਨਿਟ ਮਿਸ਼ਨ ਪਲਾਨ ਤੋਂ ਬਾਅਦ ਤੇ ਉਹ ਮਾਊਂਟ ਬੈਟਨ ਪਲਾਨ ਇੰਡੀਆ ਨੂੰ ਆ ਕੇ ਆਜ਼ਾਦੀ ਦੇ ਦੇਗਾ। ਠੀਕ ਹੈ ਜੀ। ਸੋ ਇੱਕ ਲਾਸਟ ਲੈਕਚਰ ਰਹਿ ਜਾਏਗਾ ਜਿਸ ਦੇ ਨਾਲ ਸਾਡੀ ਮਾਡਰਨ ਹਿਸਟਰੀ ਦੀ ਸੀਰੀਜ਼ ਕੀ ਹੋ ਜਾਏਗੀ, ਕੰਪਲੀਟ ਹੋ ਜਾਏਗੀ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।